ਪਾਠ ਪੰਜਵਾਂ ਭਾਗ। ਪੂਰਬਲੇ ਕਰਮ ਸੰਜੋਗੀ ਲੇਖਾਂ ਕਰਕੇ ਵਰਤਮਾਨ ਜਨਮੀ ਭਾਗ ਉਦੇ ਹੁੰਦਾ ਹੈ, ਤਾਂ ਤੇ ਪਿਛਲੇ ਕਾਂਡ ਦੇ ਨਾਲ ਹੀ ਇਸ ਪ੍ਰਥਾਏ ਜ਼ਿਕਰ ਕਰਨਾ ਵੀ ਜ਼ਰੂਰੀ ਹੈ। ਗੁਰਬਾਣੀ ਵਿਖੇ ਜਿੱਥੇ ਕਿਤੇ ਵੀ ਕਰਮ ਪਦ ਭਾਗ ਦੇ ਅਰਥਾਂ ਵਿੱਚ ਆਇਆ ਹੈ, ਤਿਸ ਸੰਬੰਧੀ ਕੁਝ ਕੁ ਵਿਚਾਰ ਨਿਰਣਾ ਕੀਤਾ ਜਾਂਦਾ ਹੈ। ਭਾਗ ਦੇ ਅਰਥਾਂ ਵਾਲੇ ਕਰਮ ਤੋਂ ਆਨਮਤੀਆਂ ਦੀ ਮੁਰਾਦ ਤਾਂ ਦੁਨਿਆਵੀ ਕਰਮ ਭਾਗ ਦੀ ਹੈ, ਪਰੰਤੂ ਗੁਰਮਤਿ ਅੰਦਰ ਕਰਮ ਪਦ ਦੇ ਭਾਗਾਂ ਵਾਲੇ ਅਰਥ ਮਹਿਜ਼ ਪਰਮਾਰਥੀ ਹਨ। ਕਿਸੇ ਨੂੰ ਦੁਨਿਆਵੀ ਐਸ਼ਵਰਜ ਮਿਲਣਾ ਵੀ ਕੋਈ ਕਰਮ ਭਾਗ ਹੈ। ਰਾਜ ਭਾਗ ਵੀ ਪਰਮਾਰਥੀਆਂ, ਗੁਰਮਤਿ ਪਰਮਾਰਥੀਆਂ ਨਿਕਟ ਕੋਈ ਭਾਗ, ਕਿਸਮਤ ਜਾਂ ਕਰਮ ਨਹੀਂ। ਇਹ ਸਭ ਹੇਜ ਕਰਮ ਵਿਭਾਗੀ ਅਰਥ ਹਨ, ਜਿਨ੍ਹਾਂ ਦੀ ਗੁਰਮਤਿ ਅੰਦਰ ਕੋਈ ਕਦਰੋ ਕੀਮਤ ਨਹੀਂ, ਕਿਉਂਕਿ ਇਹ ਸਭ 84 ਦੇ ਗੇੜ ਵਿੱਚ ਲੈ ਜਾਣ ਵਾਲੇ ਹਨ, ਜਿਨ੍ਹਾਂ ਦਾ ਸਵਿਸਥਾਰ ਜ਼ਿਕਰ ਲੋੜ ਪਈ ਤਾਂ ਕਿਸੇ ਹੋਰ ਕਾਂਡ ਵਿੱਚ ਕੀਤਾ ਜਾਵੇਗਾ। ਇੱਥੇ ਇਸ ਕਾਂਡ ਵਿੱਚ ਤਾਂ ਗੁਰਮਤਿ ਦ੍ਰਿੜਮੀ ਪਰਮਾਰਥ ਦੇ ਭਾਵ ਭਾਗ ਅਰਥੀ ਕਰਮ ਪ੍ਰਥਾਏ ਕੁਝ ਵਿਚਾਰ ਨਿਰਣਾ ਕਰਨਾ ਉਚਿਤ ਹੈ। ਸੋ ਗੁਰਵਾਕ ਪ੍ਰਮਾਣ ਦੇ ਕੇ ਆਰੰਭ ਕੀਤਾ ਜਾਂਦਾ ਹੈ। ਗੁਰ ਕੈ ਬਚਨ ਜਾਗਿਆ ਮੇਰਾ ਕਰਮ, ਨਾਨਕ ਗੁਰ ਭੇਟਿਆ ਪਾਰ ਬ੍ਰਹਮ। ਗੁਰੂ ਨਾਨਕ ਪਾਰ ਬ੍ਰਹਮ ਰੂਪ ਗੁਰੂ ਨਾਨਕ ਇਸ ਕਲੀ ਕਾਲ ਵਿਖੇ ਜਿਨ੍ਹਾਂ ਪ੍ਰਾਣੀਆਂ ਨੂੰ ਆਏ ਮਿਲਿਆ ਹੈ, ਜਿਨ੍ਹਾਂ ਪ੍ਰਾਣੀਆਂ ਨੇ ਜਿਸ ਜਗਿਆਸੂ ਨੇ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਸਤਿਗੁਰ ਨਾਨਕ ਭੇਟਿਆ ਹੈ, ਜੋ ਪ੍ਰਾਣੀ ਕਲਯੁਗ ਵਿਖੇ ਗੁਰੂ ਨਾਨਕ ਪਾਰ ਬ੍ਰਹਮ ਦੀ ਸ਼ਰਨਾਗਤ ਆਏ ਹਨ, ਤਿਨਾਂ ਦਾ ਕਰਮ, ਤਿਨਾਂ ਦਾ ਜਨਮ ਦੇ ਸੁੱਤਿਆਂ ਦਾ ਭਾਗ ਜਾਗ ਉੱਠਿਆ ਹੈ, ਕਿਉਂਕਿ ਉਹਨਾਂ ਨੂੰ ਗੁਰੂ ਕੇ ਬਚਨ ਰੂਪੀ ਦੀਖਿਆ ਦੁਆਰਾ ਗੁਰਮੰਤਰ ਮਿਲਿਆ ਹੈ, ਜਿਸ ਦੇ ਕਾਰਨ ਉਹਨਾਂ ਦਾ ਨਿਸਤਾਰਾ ਭਵਜਲ ਤੋਂ ਪਾਰ ਉਤਾਰਾ ਹੋ ਗਿਆ ਹੈ। ਇਦੋਂ ਵੱਡਾ ਕਰਮ, ਇਸ ਤੋਂ ਉੱਚਾ ਭਾਗ ਕਿਸ ਦਾ ਹੋ ਸਕਦਾ ਹੈ, ਜਿਸ ਦਾ ਪਰਲੋਕ ਸੰਵਰਨ ਦਾ ਪਰਮਾਰਥੀ ਕਰਮ ਸੱਚਾ ਭਾਗ ਸੁਭਾਗ ਖੁੱਲ੍ਹ ਗਿਆ ਹੈ। ਇਹ ਕਰਮ ਸੁਕਰਮੀ ਮਰਾਤਬਾ ਕਿਸੇ ਉੱਚੇ ਕਰਮ ਉੱਚੇ ਭਾਗਾਂ ਵਾਲੇ ਨੂੰ ਹੀ ਮਿਲਦਾ ਹੈ, ਜਿਨ੍ਹਾਂ ਨੂੰ ਪਾਰ ਬ੍ਰਹਮ ਗੁਰੂ ਨਾਨਕ ਦੇ ਭੇਟਣ ਦਾ ਭਾਗ ਸੁਭਾਗੀ ਕਰਮ ਪ੍ਰਾਪਤ ਨਹੀਂ ਹੋਇਆ। ਜਿਨ੍ਹਾਂ ਦਾ ਇਹ ਭਾਗ ਜਾਗਿਆ ਨਹੀਂ, ਉਹ 84 ਦੇ ਗੇੜ ਵਿੱਚ ਹੀ ਫਿਰਦੇ ਰਹਿੰਦੇ ਹਨ। ਤਿਨਾਂ ਦਾ ਆਵਾਗਮਨ ਆਉਣ ਜਾਣ ਕਦੇ ਮੁੱਕਦਾ ਮਿਟਦਾ ਨਹੀਂ। ਜਿਸ ਦਾ ਪੂਰਬਲੇ ਕਰਮਾਂ ਦਾ ਲੇਖਾ ਪਰਖਿਆ ਜਾ ਕੇ ਜੋ ਜਗਿਆਸੂ ਗੁਰਮਤਿ ਕਸੌਟੀ 'ਤੇ ਚੜ੍ਹ ਕੇ ਪੂਰਾ ਉਤਰਦਾ ਹੈ, ਉਸ ਦੇ ਉੱਪਰ ਸੱਚੀ ਨਜ਼ਰ ਮਿਹਰ ਹੋ ਜਾਂਦੀ ਹੈ, ਤਾਂ ਉਸ ਦੇ ਪੂਰੇ ਭਾਗ ਖੁੱਲ੍ਹਦੇ ਹਨ। ਇਸ ਬਿਧ ਪੂਰੇ ਭਾਗ ਕਰ ਵਾਹਿਗੁਰੂ ਦੇ ਵਸਲ ਸੰਜੋਗ ਸੁਹਾਗ ਨੂੰ ਪ੍ਰਾਪਤ ਹੋਈਦਾ ਹੈ। ਗੁਰੂ ਨਾਨਕ ਦੇ ਘਰ ਦੀ ਸੱਚੀ ਗੁਰਪੰਚ ਪਰਵਾਨੀ ਪੰਧ ਤੋਂ ਗੁਰੂ ਦੀਖਿਆ ਗੁਰਮੰਤਰੀ ਨਾਮ ਪ੍ਰਾਪਤ ਕੀਤਾ ਹੋਇਆ ਹੀ ਮਹਾਂ ਅੰਮ੍ਰਿਤ ਰਸੀ ਮਿਠਾਸ ਵਾਲਾ ਹੁੰਦਾ ਹੈ। ਇਸ ਮਿਠਾਸ ਰਸ ਵਿੱਚ ਸੁਆਦਤ ਹੋਈ ਸੁਰਤੀਸ਼ਰਾਂ ਦੀ ਸਦਾ ਹੀ ਜੁੜੀ ਰਹਿੰਦੀ ਹੈ। ਇਉਂ ਸੱਚਾ ਵਸਲ ਮੇਲ ਸੱਚੀ ਵਾਹਿਗੁਰੂ ਪ੍ਰਾਪਤੀ ਵਾਲਾ ਸਦਾ ਹੀ ਬਣਿਆ ਰਹਿੰਦਾ ਹੈ। ਯਥਾ ਗੁਰਵਾਕ ਪਰਖ ਲੇਖਾ ਨਦਰ ਸਾਚੇ ਕਰਮ ਪੂਰੈ ਪਾਇਆ, ਨਾਨਕ ਮਹਾਰਸ ਮੀਠਾ ਗੁਰਪੂਰੈ ਸੱਚ ਪਾਇਆ। ਵਾਹਿਗੁਰੂ ਨਾਮ ਰੂਪੀ ਮਾਲ ਦੌਲਤ, ਵਾਹਿਗੁਰੂ ਵਸਲ ਰੂਪੀ ਮਿਲਖ ਮਲਕੀਅਤ ਤਿਸ ਦੇ ਘਟ ਅੰਦਰ ਹੀ ਆਏ ਪ੍ਰਾਪਤ ਹੁੰਦੀ ਹੈ ਅਤੇ ਸਦਾ ਪ੍ਰਾਪਤ ਰਹਿੰਦੀ ਹੈ। ਜਿਸ ਦੇ ਮਸਤਕ ਉੱਤੇ ਧੁਰ ਪੂਰਬਲੇ ਪੁੰਨ ਕਰਮਾਂ ਦਾ ਸੱਚਾ ਸੁਭਾਗ ਲਿਖਿਆ ਹੁੰਦਾ ਹੈ। ਯਥਾ ਗੁਰਵਾਕ ਮਸਤਕ ਕਰਮ ਲਿਖਿਓ ਤੁਰ ਜਾ ਕੇ, ਹਰ ਸੰਪੈ ਨਾਨਕ ਕਰ ਤਾਕੈ। ਜਿਸ ਭਾਗਟ ਜਾਂਦੇ ਪੂਰੇ ਭਾਗ ਹੁੰਦੇ ਹਨ, ਉਹੀ ਗੁਰਮੁਖ ਸੰਤ ਜਨਾਂ ਦੀ ਸੰਗਤ ਦਾ ਸਦਕਾ ਸਿਮਰਨ ਅਭਿਆਸ ਵਿੱਚ ਦਿਨ ਰਾਤ ਤਤਪਰ ਹੋ ਕੇ ਜੁਟਦਾ ਹੈ। ਯਥਾ ਗੁਰਵਾਕ ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਸਤਿਗੁਰੂ ਦਾ ਮਿਲਣਾ ਵੱਡੇ ਭਾਗਾਂ ਉੱਚ ਭਾਗਾਂ ਕਰਕੇ ਹੈ। ਜੇ ਭਾਗ ਹੋਵੇ ਤਾਂ ਸੱਚਾ ਸਤਿਗੁਰੂ ਮਿਲਦਾ ਹੈ ਅਤੇ ਸਤਿਗੁਰੂ ਦੁਆਰਿਓਂ
ਪੰਜਾਂ ਪਿਆਰਿਆਂ ਤੋਂ ਸਤਿਗੁਰੂ ਦੇ ਹੁਕਮ ਅਨੁਸਾਰ ਗੁਰਮੰਤਰ ਰੂਪੀ ਗੁਰਦੀਖਿਆ ਮਿਲਦੀ ਹੈ ਅਤੇ ਗੁਰਮਤਿ ਨਾਮ ਦੀ ਅਭਿਆਸ ਜੁਗਤੀ ਬੁਝੀਦੀ ਹੈ। ਇਸ ਜੁਗਤੀ ਦੁਆਰਾ ਦੱਸਿਆ, ਬੁਝਾਇਆ ਅਤੇ ਦ੍ਰਿੜਾਇਆ ਨਾਮ ਅਭਿਆਸ ਦਾ ਤੋਰਾ ਅਜਿਹਾ ਤੁਰਦਾ ਹੈ ਕਿ ਕਦੇ ਹਟਦਾ ਹੀ ਨਹੀਂ। ਅਭਿਆਸ ਆਪ ਮੁਹਾਰਾ ਆਪੇ ਚੱਲਿਆ ਰਹਿੰਦਾ ਹੈ। ਸਵਾਸ ਨਾਮ ਵਖਾਣਨ ਦੀ ਲਗਾਤਾਰੀ ਟੇਵ ਲੱਗੀ ਰਹਿੰਦੀ ਹੈ। ਨਾਮ ਰਸਨਾ ਕਰਕੇ ਜਪਣਾ, ਸੁਰਤੀ ਕਰਕੇ ਸਿਮਰਨਾ, ਨਾਮ ਉਚਾਰਨੀ ਮੁਹਾਰਨੀ ਦੁਆਰਾ ਕੰਨਾਂ ਕਰਕੇ ਸੁਣਨਾ ਅਭਿਆਸੀ ਜਨ ਦਾ ਵਿਵਹਾਰ ਹੀ ਬਣ ਜਾਂਦਾ ਹੈ। ਇਸ ਤੋਂ ਉੱਚਾ ਸੁੱਚਾ ਸੁਭਾਗ ਹੋਰ ਕਿਹੜਾ ਹੋ ਸਕਦਾ ਹੈ। ਯਥਾ ਗੁਰਵਾਕ ਕਰਮ ਹੋਵੇ ਸਤਿਗੁਰ ਮਿਲੈ, ਬੂਝੈ ਵਿਚਾਰਾ, ਨਾਮ ਵਖਾਣੈ ਸੁਣੈ ਨਾਮ, ਨਾਮੇ ਵਿਵਹਾਰਾ। ਕਾਲ ਜੁਗ ਅੰਦਰ ਕਰਤੇ ਪੁਰਖ ਦੇ ਕੀਤੇ ਤਿਹਾਂ ਗੁਣਾ, ਰਾਜ ਤਾਮ ਸਤ ਵਿੱਚ ਹੀ ਆਮ ਦੁਨਿਆਵੀ ਜੀਵ ਪਰਮਾਰਥੋਂ ਭੁੱਲੇ ਸਾਰੇ ਪ੍ਰਾਣੀ ਨਾਨਾ ਪ੍ਰਕਾਰੀ ਕਰਮ ਕਮਾਉਂਦੇ ਫਿਰਦੇ ਹਨ ਅਤੇ ਕਰਮ ਪ੍ਰਾਣੀ ਲਿਖਤ ਅਨੁਸਾਰ ਚੌਹਾਂ ਖਾਣੀਆਂ ਅੰਡਜ ਜੇਰਜ ਸੇਤਜ ਉਤਪੁਜ ਦੀਆਂ ਜੀਵ ਜੋਨੀਆਂ ਵਿੱਚ ਹੀ ਘੁੰਮਣ ਘੇਰੀਆਂ ਖਾਂਦੇ ਰਹਿੰਦੇ ਹਨ। ਤੁਰਿਆ ਗੁਣੀ ਚੌਥੇ ਪਰਮ ਪਦ ਤਾਈਂ ਤਾਂ ਉਸ ਭਾਗਵੰਤ ਭਾਗਾਂ ਵਾਲੇ ਗੁਰਮੁਖ ਜਨ ਦੀ ਪਹੁੰਚ ਹੁੰਦੀ ਹੈ ਜੋ ਵਾਹਿਗੁਰੂ ਨਾਮ ਰਟਨ ਰੂਪੀ ਅਕਥ ਕਹਾਣੀ ਨੂੰ ਸਵਾਸ ਗਿਰਾਸੀ ਅਭਿਆਸ ਦੁਆਰਾ ਕਥਨ ਰਟਨਹਾਰਾ ਹੁੰਦਾ ਹੈ। ਯਥਾ ਗੁਰਵਾਕ ਤੀਨ ਗੁਣਾ ਤੇਰੇ ਜੁਗ ਹੀ ਅੰਤਰ, ਚਾਰੇ ਤੇਰੀਆਂ ਖਾਣੀ, ਕਰਮ ਹੋਵੇ ਤਾਂ ਪਰਮ ਪਦ ਪਾਈਐ, ਕਥੇ ਅਕਥ ਕਹਾਣੀ। ਵਾਹਿਗੁਰੂ ਨਾਮ ਭਾਗ ਕਰਕੇ ਹੀ ਪ੍ਰਾਪਤ ਹੁੰਦਾ ਹੈ ਅਤੇ ਜਿਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ ਸੱਚੀ ਪ੍ਰਾਪਤਣੀ ਕਰ ਪ੍ਰਾਪਤ ਹੁੰਦਾ ਹੈ। ਉਸੇ ਨੂੰ ਸੱਚੇ ਵਾਹਿਗੁਰੂ ਦੇ ਦਰ 'ਤੇ ਸੱਚੀ ਸੋਭਾ ਦਾ ਸਿਰੋਪਾਓ ਮਿਲਦਾ ਹੈ, ਕਿਉਂਕਿ ਤਿਸ ਨੂੰ ਨਾਮ ਦੀ ਸੱਚੀ ਪ੍ਰਾਪਤਣੀ ਪ੍ਰਾਪਤ ਹੋ ਗਈ ਹੈ। ਉਸ ਦੀ ਅੰਤ ਤਾਈਂ ਅਭਿਆਸ ਕਮਾਈ ਤੋੜ ਨਿਭਦੀ ਹੈ ਅਤੇ ਉਸੇ ਦੀ ਨਾਮ ਦੁਆਰਾ ਨਾਮੀ ਵਾਹਿਗੁਰੂ ਵਿੱਚ ਸਮਾਈ ਹੋ ਜਾਂਦੀ ਹੈ। ਯਥਾ ਗੁਰਵਾਕ ਵਾਹ ਵਾਹ ਕਰਮ ਪ੍ਰਾਪਤ ਹੋਵੇ, ਨਾਨਕ ਦਰ ਸੱਚੈ ਸੋਭਾ ਪਾਈ। ਪੂਰਨ ਕਰਮ ਪੂਰੇ ਭਾਗ ਤਿਸ ਦੇ ਹਨ ਜਿਸ ਨੇ ਵਾਹਿਗੁਰੂ ਨੂੰ ਭੇਟਿਆ ਹੈ ਅਤੇ ਐਸੀ ਭੇਟਣੀ ਭੇਟਿਆ ਹੈ ਕਿ ਉਸ ਦੇ ਅੰਤਰ ਬਾਹਰ ਰੋਮ ਰੋਮ ਵਿਖੇ ਅੰਗ ਅੰਗ ਵਿਖੇ ਓਤ ਪੋਤ ਰਮਤ ਰਾਮ ਹੀ ਰਮ ਰਿਹਾ ਹੈ। ਵਿਥ ਅੰਤਰੇ ਦਾ ਸਭ ਭਰਮ ਭੇਦ ਦੁਈ ਦੁਜਾਇਗੀ ਸਭ ਮਿਟ ਗਈ ਹੈ। ਵਿਤਕਰਾ ਦੂਜਪਣੇ ਦਾ ਵਿਤਕਰਾ ਦੂਰ ਹੋ ਗਿਆ ਹੈ। ਇਸ ਤੋਂ ਉੱਤਮ ਇਸ ਤੋਂ ਵੱਡਾ ਕਰਮ ਭਾਗ ਹੋਰ ਕਿਸ ਦਾ ਹੋ ਸਕਦਾ ਹੈ। ਇਦੋਂ ਵੱਡਾ ਭਾਗ ਹੋਰ ਕਿਹੜਾ ਹੋ ਸਕਦਾ ਹੈ। ਗੁਰੂ ਘਰ ਨੂੰ, ਗੁਰੂ ਨਾਨਕ ਦੇ ਘਰ ਨੂੰ ਹੀ ਇਹ ਫਖਰ ਪ੍ਰਾਪਤ ਹੈ ਜਿਸ ਦੇ ਅਨੁਸਾਰੀ ਹੋਇਆਂ ਇਸ ਅਧਿਕਾਰਤਾ ਦਾ ਮੁਰਾਤਬਾ ਮਿਲਦਾ ਹੈ। ਸਤਿਗੁਰੂ ਸੱਚਾ ਗੁਰੂ ਤਿਸ ਨੂੰ ਹੀ ਮਿਲਦਾ ਹੈ ਜਿਸ ਦਾ ਉਗਰ ਕਰਮ ਹੁੰਦਾ ਹੈ, ਉੱਚਾ ਭਾਗ ਹੁੰਦਾ ਹੈ। ਉਹ ਹੀ ਸੱਚੇ ਨਾਮ ਦਾ ਤਤ ਅਭਿਆਸੀ ਧਿਆਨ ਨਿਵਾਸੀ ਬਣਦਾ ਹੈ। ਨਾਮ ਧਿਆਨ ਧਾਰੀ ਹੋ ਕੇ ਹੀ ਨਾਮ ਵਿੱਚ ਰਤੇ ਜਾਣ ਦੀ ਰਹਿਮਤ ਹੁੰਦੀ ਹੈ। ਨਾਮ ਵਿੱਚ ਰਤੇ ਹੋਏ ਜਨ ਸਦਾ ਸੁਖ ਪਾਉਂਦੇ ਹਨ। ਗੁਰੂ ਸਾਹਿਬ ਤਿਨਾਂ ਵਡਭਾਗੇ ਜਿਨ੍ਹਾਂ ਵਿਠੋਂ ਸਦਾ ਬਲ ਜਾਂਦੇ ਹਨ। ਯਥਾ ਗੁਰਵਾਕ ਜਿਸ ਕਰਮ ਹੋਵੇ ਤਿਸ ਸਤਿਗੁਰ ਮਿਲੈ, ਸੋ ਹਰ ਹਰ ਨਾਮ ਧਿਆਏ। ਨਾਮ ਰਤੇ ਜਨ ਸਦਾ ਸੁਖ ਪਾਇਨ, ਜਨ ਨਾਨਕ ਤਿਨ ਬਲ ਜਾਏ। ਗੁਰੂ ਅਕਾਲ ਪੁਰਖ ਦਾ ਧਿਆਨ ਕਿਵੇਂ ਧਰੀਦਾ ਹੈ। ਸਮਰੱਥ ਪੂਰਨ ਪਾਰ ਬ੍ਰਹਮ ਪਰਮੇਸ਼ਰ ਦਾ ਧਿਆਨ ਸੋਈ ਜਨ ਧਰ ਸਕਦਾ ਹੈ ਜਿਸ ਦਾ ਪੂਰਾ ਕਰਮ ਅੰਕੁਰ ਭਾਗ ਜਾਗਿਆ ਹੋਵੇ। ਅਗਮ ਅਗੋਚਰ ਅਦ੍ਰਿਸ਼ਟ ਪਾਰ ਬ੍ਰਹਮ ਨਿਰੰਕਾਰ ਜਿਸ ਦਾ ਕੋਈ ਆਕਾਰ ਨਹੀਂ, ਜੋ ਦ੍ਰਿਸ਼ਟਮਾਨ ਸਾਕਾਰ ਪਦਾਰਥਾਂ ਵਾਂਗੂ ਅਤੇ ਸਾਕਾਰਕ ਮੂਰਤੀਆਂ ਵਾਂਗੂ
ਮੂਰਤੀਮਾਨ ਅਤੇ ਦ੍ਰਿਸ਼ਟੀ ਗੋਚਰਾ ਨਹੀਂ। ਉਸ ਦਾ ਧਿਆਨ ਧਰਨਾ ਕੋਈ ਸੁਖਾਲੀ ਗੱਲ ਨਹੀਂ। ਜੋ ਵਾਹਿਗੁਰੂ ਅਕਾਲ ਮੂਰਤੀ ਵਾਲਾ ਹੈ, ਜਿਸ ਦਾ ਵਜੂਦ ਕਾਲ ਚੱਕਰ ਚਿਹਨ ਵਿਹੂਣਾ ਅਕਾਲ ਸਰੂਪਾ ਹੈ, ਉਸ ਦਾ ਕੋਈ ਧਿਆਨ ਧਰੇ ਤਾਂ ਕਿਵੇਂ ਧਰੇ? ਪੰਜ ਭੂਤ ਗਿਆਨ ਇੰਦਰੇ ਦ੍ਰਿਸ਼ਟਮਾਨ ਪਸਾਰੇ ਤੋਂ ਉੱਪਰ ਅਤੇ ਅਗੋਚਰੀ ਗਿਆਤ ਤੋਂ ਸੱਖਣੇ ਅਤੇ ਊਰੇ ਹਨ। ਗਿਆਤਾਕਾਰ ਦਾ ਗਿਆਤਾਕਾਰੀ ਧਿਆਨ ਤਾਂ ਧਿਆਨਿਆ ਜਾ ਸਕਦਾ ਹੈ। ਗਿਆਤ ਅਗੋਚਰੇ ਪੰਜ ਭੂਤਕ ਇੰਦਰੀਆਂ ਦੀ ਗਿਆਤ ਦਾਇਰੇ ਤੋਂ ਬਾਹਰ ਅਪਰੰਪਰੇ ਵਜੂਦ ਦਾ ਅਨੁਮਾਨ ਹੀ ਲਾਇਆ ਜਾ ਸਕਦਾ ਹੈ। ਉਸ ਦਾ ਅਪਰੋਕਸ਼ ਗਿਆਨ ਨਹੀਂ ਹੋ ਸਕਦਾ, ਨਾ ਹੀ ਧਿਆਨ ਜਮਾਇਆ ਜਾ ਸਕਦਾ ਹੈ। ਆਨ ਮਤਾਂ ਵਾਲਿਆਂ ਨੂੰ ਤਾਂ ਕੀ ਆਖਣਾ ਹੈ, ਜਿਨ੍ਹਾਂ ਨੂੰ ਗੁਰਮਤਿ ਦਾ ਬੋਧ ਹੀ ਨਹੀਂ। ਸਾਡੇ ਗੁਰਮਤ ਮਤ ਅਵਲੰਬੀ ਕਈ ਭਲੇ ਅਤੇ ਉੱਗੇ ਸੰਤ ਮੰਡਲੀਆਂ ਵਾਲਿਆਂ ਨੂੰ ਵੀ ਧਿਆਨ ਧਰਨ ਦਾ ਥਹੁ ਪਤਾ ਨਹੀਂ। ਉਹ ਗੁਰਮਤ ਤੋਂ ਉਲਟ ਮਨ ਆਈਆਂ ਉਕਤੀਆਂ ਯੁਕਤੀਆਂ ਵਾਲਾ ਯੱਕੜ ਧਿਆਨ, ਕੁਫੱਕੜ ਧਿਆਨ ਧਰਾਉਂਦੇ ਹਨ। ਕਈ ਤਾਂ ਆਨਮਤੀਆਂ ਦੀ ਰੀਸੇ ਮੂਰਤੀਆਂ ਨੂੰ ਮੂਹਰੇ ਰੱਖ ਕੇ ਧਿਆਨ ਜਮਾਉਣ ਦਾ ਕੁਫੱਕੜ ਰਚਦੇ ਹਨ। ਕਈ ਗੁਰੂ ਨਾਨਕ ਦੀ ਫੋਟੋ ਨੂੰ ਅੱਗੇ ਰੱਖ ਕੇ ਧਿਆਨ ਜਮਾਉਣੀ ਦ੍ਰਿਸ਼ਟੀ ਦਾ ਹੀ ਵਿਸ਼ਾ ਬਣਾਉਂਦੇ ਹਨ। ਕਈ ਗਏ ਗੁਜ਼ਰੇ ਅਸੰਤ ਮਤੀ ਸੰਤ ਸਦਾਉਣ ਹਾਰੇ ਆਪਣੀ ਹੀ ਤਸਵੀਰ ਪੂਜਾ ਦੇ ਦ੍ਰਿਸ਼ਟ ਧਿਆਨ ਪੁਜਾਰੀ ਲੋਕਾਂ ਨੂੰ ਬਣਾਉਂਦੇ ਹਨ। ਇਸ ਪ੍ਰਕਾਰ ਦੇ ਬੜੇ ਹੀ ਨੀਵੇਂ ਦਰਜੇ ਦੇ ਧਿਆਨ ਅਵਲੰਬੀ ਸਾਡੇ ਹੀ ਅੰਦਰ ਪੈਦਾ ਹੋ ਗਏ ਹਨ, ਜੋ ਗੁਰਮਤਿ ਦੇ ਤੱਤ ਧਿਆਨ ਆਸ਼ੇ ਦੇ ਆਦਰਸ਼ ਤੋਂ ਕੋਸਾਂ ਦੂਰ ਹਨ। ਅਲਪੱਗ ਵਜੂਦ ਦੀ ਮੂਰਤੀ ਦਾ ਧਿਆਨ ਧਰਨਾ ਤਾਂ ਮਹਾਂ ਪਾਪ ਹੈ। ਸਰਬੱਗ ਸਤਿਗੁਰਾਂ ਦੀਆਂ ਪ੍ਰਚਲਿਤ ਫੋਟੋ ਤਸਵੀਰਾਂ ਸਭ ਫਰਜ਼ੀ ਹਨ, ਨਾ ਹੀ ਗੁਰੂ ਦੀ ਕੋਈ ਮੂਰਤੀ ਸਾਕਾਰਕ ਹੈ। ਗੁਰਮੂਰਤ ਗੁਰ ਸ਼ਬਦ ਹੈ। ਐਸੀ ਗੁਰ ਦੀ ਮੂਰਤੀ ਦਾ ਧਿਆਨ ਅਸੀਂ ਮਨ ਮਾਹੇ ਜਮਾਉਣਾ ਹੈ। ਗੁਰ ਕੀ ਮੂਰਤ ਮਨ ਮੈਂ ਧਿਆਨ। ਗੁਰੂ ਸ਼ਬਦ ਨਾਲ ਸੁਰਤੀ ਜੋੜਨੀ ਗੁਰੂ ਕੀ ਮੂਰਤ ਦਾ ਧਿਆਨ ਧਰਨਾ ਹੈ। ਗੁਰੂ ਸ਼ਬਦ ਨਾਲ ਸੁਰਤੀ ਜੋੜਨੀ ਗੁਰੂ ਕੀ ਮੂਰਤ ਨਾਲ ਧਿਆਨ ਧਰਨਾ ਹੈ। ਗੁਰੂ ਸ਼ਬਦ ਨਾਲ ਸੁਰਤੀ ਜੋੜਨ ਦਾ ਪਹਿਲਾ ਮਰਹਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ। ਗੁਰਵਾਕ ਦੇ ਭਾਵ ਅਨੁਸਾਰ ਗੁਰੂ ਵਾਹਿਗੁਰੂ ਰੂਪੀ ਸ਼ਬਦ ਦੀ ਆਹਤ ਧੁਨੀ ਦੇ ਨਾਲ ਸੁਰਤੀ ਰੂਪੀ ਧਿਆਨ ਨੂੰ ਜੋੜਨਾ ਹੈ। ਧਿਆਨ ਰੂਪੀ ਚੇਲਾ ਜਦੋਂ ਤਾਈਂ ਸ਼ਬਦ ਧੁਨੀ ਰੂਪੀ ਗੁਰੂ ਨਾਲ ਨਾ ਜੁੜੇ, ਤਦ ਤਾਈਂ ਗੁਰੂ ਅਤੇ ਚੇਲੇ ਦੀ ਅਰਥਾਤ ਗੁਰੂ ਅਤੇ ਸਿੱਖ ਦੀ ਸੰਧ ਨਹੀਂ ਮਿਲਦੀ। ਸ਼ਬਦ ਦਾ ਅਭਿਆਸ ਭਾਵੇਂ ਰਸਨਾ ਰੂਪੀ ਬੈਖਰੀ ਬਾਣੀ ਉਚਾਰਨ ਦੁਆਰਾ ਹੋਵੇ, ਭਾਵੇਂ ਸਵਾਸਾਂ ਦੁਆਰਾ ਹੋਵੇ, ਉਸ ਦੀ ਧੁਨੀ ਜ਼ਰੂਰ ਹੈ, ਭਾਵੇਂ ਮੱਧਮ ਤੋਂ ਮੱਧਮ ਅਤੇ ਸੂਖਮ ਹੀ ਹੋਵੇ। ਪਹਿਲ ਪ੍ਰਥਮੇ ਅਭਿਆਸੀ ਜਨ ਇਸ ਸ਼ਬਦ ਧੁਨੀ ਨਾਲ ਸੁਰਤ ਜੋੜੇਗਾ। ਮੋੜ ਕੇ ਅਤੇ ਮੁੜ ਕੇ ਧਿਆਨ ਸੁਰਤੀ ਨੂੰ ਸ਼ਬਦ ਧੁਨੀ ਨਾਲ ਲਾਵੇਗਾ। ਜਿਉਂ ਲਾਵੇਗਾ ਅਤੇ ਜਿਤਨਾ ਲਾਵੇਗਾ, ਤਿਤਨਾ ਅਤੇ ਤਿਉਂ ਗੁਰ ਸ਼ਬਦ ਦੀ ਪਾਸ ਕਲਾ ਵਰਤੇਗੀ। ਧਿਆਨ ਜੋੜਦੇ ਜਦੋਂ ਇੱਕ ਛਿਨ ਮਾਤਰ ਵੀ ਸਮੁੱਚਾ ਧਿਆਨ ਸਮੁੱਚੀ ਸੁਰਤੀ ਦਾ ਹਰ ਜਨ ਦਾ ਸ਼ਬਦ ਨਾਲ ਜੁੜ ਗਿਆ, ਤਦੋਂ ਅਚਿੰਤੋਂ ਹੀ ਅੰਤਰ ਆਤਮੇ ਰਸ ਜੋਤ ਪ੍ਰਕਾਸ਼ ਦਾ ਚਮਤਕਾਰ ਬਿਜਲੀ ਕਰੰਟ ਦੀ ਨਿਆਈ ਜ਼ਹੂਰ ਪਜ਼ੀਰ ਹੋ ਜਾਏਗਾ। ਰਸ ਜੋਤ ਪ੍ਰਕਾਸ਼ ਚਮਤਕਾਰੇ ਦਾ ਇਹ ਨਦਰ ਮਿਹਰੀ ਕ੍ਰਿਸ਼ਮਾ ਜਦੋਂ ਕ੍ਰਿਸ਼ਮਤ ਹੋ ਗਿਆ, ਤਦੋਂ ਹੀ ਸ਼ਬਦ ਤੇ ਸੁਰਤ ਦਾ ਤੱਤ ਵਾਸਤਵੀ ਮਿਲਾਵਾ ਬਣ ਆਵੇਗਾ। ਰਸ ਜੋਤ ਦੇ ਅਗਾਧ ਸਵਾਦ ਨੇ ਸਦਾ ਹੀ ਅਤੇ ਸੁੱਤੇ ਸੁਭਾਵ ਹੀ ਸੁਰਤ ਸ਼ਬਦ ਵੱਲ ਜੋੜੀ ਰੱਖਣੀ ਹੈ। ਸ਼ਬਦ ਅਭਿਆਸ ਦਾ ਅਸਲ ਆਨੰਦ ਹੀ ਅਭਿਆਸੀ ਜਨ ਨੂੰ ਇਸ ਆਤਮ ਅਵਸਥਾ ਵਿਖੇ ਆਉਣਾ ਹੈ। ਜਿਉਂ ਇਹ ਆਨੰਦ ਵਧੇਗਾ, ਤਿਉਂ ਅਭਿਆਸ ਵੀ ਸਹਿਜ ਵਧਣੀ ਵਿੱਚ ਵੱਧਦਾ ਜਾਵੇਗਾ ਅਤੇ ਆਤਮ ਜੋਤ ਰਹੱਸਨੀ ਪ੍ਰਕਾਸ਼ ਕਲਾ ਦਾ ਪਸਾਰਾ ਵੀ ਅਧਿਕ ਤੋਂ ਅਧਿਕ ਪਸਰਦਾ ਜਾਵੇਗਾ। ਅੰਤਰ ਕ੍ਰਾਂਤੀ ਕਾਇਆ ਅੰਤਰੀਵੀ ਜੋਤ ਪਸਾਰੇ ਦਾ ਪ੍ਰਕਾਸ਼ ਫਿਰ ਅੰਦਰੋਂ
ਬਾਹਰ ਮੁਖੀ ਆਕਾਸ਼ ਪੁਲਾੜ ਦੇ ਆਕਾਰ ਪਸਾਰੇ ਵਿੱਚ ਸਾਰੇ ਹੀ ਪਸਰ ਨਿਕਲੇਗਾ। ਬਾਕੀ ਸਭ ਦੇਖਾ ਹੀ ਪ੍ਰਵਾਨ ਹੈ, ਕਹਿਬੇ ਕੋ ਸੋਭਾ ਨਹੀਂ। ਇਹ ਸਭ ਭਾਗਾਂ ਦੀ ਖੇਡ ਹੈ। ਜਥਾ ਗੁਰਵਾਕ ਤੂੰ ਸਮਰੱਥ ਪੂਰਨ ਪਾਰ ਬ੍ਰਹਮ, ਸੋ ਧਿਆਏ ਪੂਰਾ ਜਿਸ ਕਰਮ। ਗੁਰਮੁਖਾਂ ਦੇ ਇਸ ਗਿਆਨ ਪ੍ਰਕਾਸ਼ੀ ਜੋਤ ਧਿਆਨ ਦੀ ਡੋਰੀ ਵਾਹਿਗੁਰੂ ਆਪ ਫੜ ਕੇ ਤੁਣਕਦਾ ਹੈ ਅਤੇ ਗੁਰਮੁਖਾਂ ਨੇ ਵੀ ਕੇਵਲ ਗੁਰੂ ਵਾਹਿਗੁਰੂ ਪ੍ਰਾਇਣ ਹੋ ਕੇ ਇਹ ਗਿਆਨ ਜੋਤਿਸ਼ੀ ਧਿਆਨ ਡੋਰੀ ਵਾਹਿਗੁਰੂ ਦੇ ਹੱਥ ਫੜਾਏ ਛੱਡੀ ਹੈ। ਆਪਣੀ ਮਨ ਮਰਜ਼ੀ ਅਤੇ ਮਤਸਰੀ ਉਕਤੀ ਯੁਕਤੀ ਸਭ ਮਿਟਾਏ ਛੱਡੀ ਹੈ। ਜਿੱਧਰ ਨੂੰ ਉਹ ਖਿੱਚਦਾ ਹੈ ਤਿਸੇ ਵੱਲ ਹੀ ਉਹ ਧਾਵੰਦੇ ਰੁਚੀ ਰੁਚਾਉਂਦੇ ਹਨ। ਮਨਮੁਖੀ ਦੀਵਾਨੇ ਕਮਲੇ ਲੋਕ, ਅਕਲ ਲਤੀਫਿਆਨੇ ਲੋਕ, ਅੰਧ ਮਤ ਭਰਮ ਦੇ ਭੁਲਾਏ ਹੋਏ ਪਏ ਮਨ ਉਕਤੀ ਅਤੇ ਆਨਮਤ ਉਕਤੀ ਦੇ ਕਰਮ ਕਰਦੇ ਹਨ। ਉਹਨਾਂ ਦੇ ਹੱਥ ਕੁਝ ਨਹੀਂ ਆਉਂਦਾ, ਨਾ ਉਹਨਾਂ ਨੂੰ ਕੁਝ ਹਾਸਲ ਹੁੰਦਾ ਹੈ। ਭਾਗਾ ਬਿਨਾਂ ਭਲਾ ਕੀ ਮਿਲ ਸਕਦਾ ਹੈ। ਜੈਸਾ ਕਿ ਗੁਰਵਾਕ ਹੈ, ਭਰਮ ਭੁਲਾਨੇ ਪਏ ਦੀਵਾਨੇ, ਵਿਣ ਭਾਗਾਂ ਕਿਆ ਪਾਈਐ। ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ, ਜਿਨ ਖਿੰਚੈ ਤਿਨ ਜਾਈਐ। ਜਿਨ੍ਹਾਂ ਦਾ ਭਾਗ ਖੁੱਲ੍ਹਦਾ ਹੈ, ਜਾਗਦਾ ਹੈ, ਤੇ ਉਹਨੂੰ ਪ੍ਰਾਲਬਧ ਗੁਰੂ ਦੀ, ਸੱਚੇ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਅਤੇ ਗੁਰੂ ਘਰ ਦੀ ਸਤਸੰਗਤ ਵਿੱਚ ਵਾਸਾ ਮਿਲਦਾ ਹੈ। ਤਿੱਥੋਂ ਪੰਜਾਂ ਪਿਆਰਿਆਂ ਦੀ ਸ਼ਰਨੀ ਆਏ ਨੂੰ ਗੁਰਮੰਤਰ ਦੀਖਿਆ, ਗੁਰਮੰਤਰ ਦੀ ਦਾਤ ਮਿਲਦੀ ਹੈ। ਤਿਸ ਗੁਰ ਦੀਖਿਆ ਗੁਰਮੰਤਰ ਦੀ ਅਥਾਹ ਅਭਿਆਸ ਕਮਾਈ ਕਰਕੇ ਅਤੇ ਸ਼ਬਦ ਸੁਰਤੀ ਸ਼੍ਰੀ ਅਖੰਡਾਕਾਰ ਧਿਆਨ ਧਰ ਕੇ ਨਿਰੰਕਾਰ ਵਾਹਿਗੁਰੂ ਸੱਚਾ ਸਵਾਮੀ ਮਿਲਦਾ ਹੈ। ਯਥਾ ਗੁਰਵਾਕ ਕਰਮ ਖੁੱਲਾ ਗੁਰ ਪਾਇਆ, ਹਰ ਮਿਲਿਆ ਸੁਆਮੀ। ਜਨਮ ਜਨਮ ਦੇ ਮਨਮਤੀ ਤੇ ਮਨਮੁਖੀ ਕੁਕਰਮਾਂ ਵਿਕਰਮਾਂ ਕਰਕੇ ਮਲੀਨ ਹੋਈ ਵੀ ਬੁੱਧੀ ਅੰਧ ਅਗਿਆਨ ਦੇ ਨੀਂਦੇ ਸੁੱਤੀ ਰਹਿੰਦੀ ਹੈ। ਸੁੱਤੀ ਪਈ ਤਦੇ ਹੀ ਜਾਗਦੀ ਹੈ ਜਦੋਂ ਅੰਧ ਮਤ ਬੁੱਧੀ ਵਾਲੇ ਦਾ ਕੋਈ ਕਰਮ ਅੰਕੁਰੀ ਭਾਗ ਜਾਗਦਾ ਹੈ। ਫਿਰ ਗੁਰੂ ਦੀ ਕਿਰਪਾ ਹੁੰਦੀ ਹੈ। ਗੁਰੂ ਕਿਰਪਾ ਕਰਦਾ ਹੈ ਤਾਂ ਇਹ ਮਨ ਜਾਗਦਾ ਹੈ। ਜਨਮ ਜਨਮ ਦਾ ਸੁੱਤਾ ਹੋਇਆ ਜਾਗ ਪੈਂਦਾ ਹੈ ਤਾਂ ਇਸ ਮਨ ਦੀ ਦੁਰਮਤ ਅਤੇ ਮਤ ਮਲੀਨੀ ਦੁਬਦਾ ਮਰਦੀ ਹੈ। ਯਥਾ ਗੁਰਵਾਕ ਕਰਮ ਹੋਵੈ ਗੁਰ ਕਿਰਪਾ ਕਰੈ, ਇਹ ਮਨ ਜਾਗੈ, ਇਸ ਮਨ ਕੀ ਦੁਬਧਾ ਮਰੈ। ਪਰਮਾਰਥੀ ਆਸਤਕਤਾ ਵਾਲੇ ਵਾਹਿਗੁਰੂ ਦੇ ਪਾਸੇ ਸੋਈ ਜਨ ਲੱਗਦਾ ਹੈ ਅਤੇ ਸੋਈ ਜਨ ਵਾਹਿਗੁਰੂ ਦੀ ਸ਼ਰਨੀ ਆਉਂਦਾ ਹੈ, ਜਿਸ ਦੇ ਗੁਰੂ ਨਾਨਕ ਦੀ ਕਿਰਪਾ ਨਾਲ ਪੂਰਨ ਭਾਗ ਜਾਗ ਪੈਂਦੇ ਹਨ। ਕਹੁ ਨਾਨਕ ਜਾ ਕੇ ਪੂਰਨ ਕਰਮਾ, ਸੋ ਆਇਆ ਸੋ ਜਨ ਆਇਆ ਪ੍ਰਭ ਕੀ ਸ਼ਰਨਾ। ਕਹੁ ਨਾਨਕ ਜਾ ਕੇ ਪੂਰਨ ਕਰਮਾ, ਸੋ ਜਨ ਆਇਆ ਪ੍ਰਭ ਕੀ ਸ਼ਰਨਾ। ਕਿਉਂਕਿ ਜਿਸਨੂੰ ਕਰਤਾਰ ਸੁਮੱਤ ਸੁਕਰਮੀ ਸੁਭਾਗ ਬਖਸ਼ਦਾ ਹੈ, ਤਿਸ ਦੇ ਹੀ ਰੁਚੀ ਗੁਰੂ ਘਰ ਦੀ ਸਤਸੰਗਤ ਕਰਨ ਦੀ ਸੱਚੜੀ ਕਾਰ ਵੱਲ ਲੱਗਦੀ ਹੈ। ਉਸ ਦਾ ਸਭ ਤੋਂ ਮੁੱਖ ਵਿਵਹਾਰ ਸਤਸੰਗ ਕਰਨਾ ਹੋ ਜਾਂਦਾ ਹੈ ਅਤੇ ਯਥਾ ਗੁਰਵਾਕ ਜਿਸਨੂੰ ਕਰਮ ਕਰੇ ਕਰਤਾਰ, ਸਾਧ ਸੰਗ ਹੋਏ ਤਿਸ ਵਿਵਹਾਰ। ਭਾਗਾਂ ਤੋਂ ਬਿਨਾਂ ਗੁਰੂ ਘਰ ਦਾ ਸਤਸੰਗ ਨਹੀਂ ਲੱਭਦਾ ਅਤੇ ਭਾਗਾਂ ਤੋਂ ਬਿਨਾਂ ਵਾਹਿਗੁਰੂ ਦੀ ਭਗਤੀ ਨਹੀਂ ਹੁੰਦੀ। ਜਿਨ੍ਹਾਂ ਦੇ ਕਰਮਾਂ ਵਿੱਚ ਪੂਰਬ ਅੰਕੁਰੀ ਭਗਤੀ ਦਾ ਭਾਗ ਲਿਖਿਆ ਹੁੰਦਾ ਹੈ, ਤਿਨਾਂ ਨੂੰ ਹੀ ਗੁਰੂ ਅਤੇ ਗੁਰੂ ਘਰ ਦਾ ਪਰਮਾਰਥੀ ਸੁਹਾਗ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਦਾ ਨਾਮ ਅਤੇ ਨਾਮੀ ਵਾਹਿਗੁਰੂ ਵੀ ਕਰਮ ਭਾਗ ਕਰਕੇ ਹੀ ਮਿਲਦਾ ਹੈ। ਯਥਾ ਗੁਰਵਾਕ ਬਿਨ ਭਗਤੀ ਨਹੀਂ ਸਤਿਗੁਰ ਪਾਈਐ, ਬਿਨ ਭਾਗਾ ਨਹੀਂ ਭਗਤ ਹਰੀ, ਬਿਨ ਭਾਗਾ ਸਤਸੰਗ ਨ ਪਾਈਐ, ਕਰਮ ਮਿਲੈ ਹਰ ਨਾਮ ਹਰੀ। ਤਾਂ ਤੇ ਭਾਗਾਂ ਤੇ ਸ਼ਾਕਰ ਰਹਿਣਾ ਗੁਰਮਤਿ ਜਗਿਆਸੂ ਜਨ ਲਈ ਅਤ ਜ਼ਰੂਰੀ ਹੈ। ਨਿਰਾਪੁਰਾ ਨਿਜ ਕਰਤਤੀ ਕਰਮਾਂ ਦੀ ਆਕੜ 'ਤੇ ਰਹਿਣਾ ਮਹਾਮੂਰਖਤਾ ਹੈ।
ਬਸ ਕਰਮ ਭਾਗ ਕਰਕੇ ਹੀ ਭਗਤੀ ਸੁਹਾਵੀ ਸਫਲ ਫਲਾਵੀਂ ਹੁੰਦੀ ਹੈ। ਭਗਤੀ ਭਾਉ ਤੁੱਠਾ ਸਤਿਗੁਰੂ ਹੀ ਬਖਸ਼ਦਾ ਹੈ। ਜੈਸੇ ਭਗਤੀ ਭਾਉ ਸਤਿਗੁਰੂ ਦੀ ਬਖਸ਼ਿਸ਼ ਹੈ, ਤੈਸੇ ਹੀ ਸਤਿਗੁਰੂ ਦੀ ਬਖਸ਼ਿਸ਼ ਨਾਲ ਵਾਹਿਗੁਰੂ ਦੇ ਸੱਚਖੰਡੀ ਮਹਿਲ ਦਰਬਾਰ ਵਿੱਚ ਥਾਂ ਮਿਲਦੀ ਹੈ। ਭਾਉ ਪ੍ਰੇਮ ਭਾਵਨਾ ਸੇਤੀ ਭਗਤੀ ਕਰੀ ਜਾਣੀ, ਪਰਮ ਹੁਕਮ ਰਜਾਈ ਕਰਮ ਹੈ। ਪ੍ਰੇਮਾ ਭਗਤੀ ਉਸੇ ਦੀ ਥਾਂ ਪੈਂਦੀ ਹੈ ਜੋ ਗੁਰਮੁਖ ਜਨ ਭਗਤੀ ਭਾਵ ਕਰਦਾ ਹੋਇਆ ਵੀ ਵਾਹਿਗੁਰੂ ਮਿਲਾਪ ਰੂਪੀ ਸਫਲ ਫਲ ਦੀ ਪ੍ਰਾਪਤੀ ਹਿਤ ਹੀ ਗੁਰੂ ਤੁੱਠੇ ਦੀ ਨਜ਼ਰ ਮਿਹਰ ਉੱਤੇ ਹੀ ਸ਼ਾਕਰ ਰਹਿੰਦਾ ਹੈ। ਆਪਣੇ ਭਗਤੀ ਰੂਪੀ ਸੁਕ੍ਰਿਤ ਕਰਮ ਉੱਤੇ ਹੀ ਸ਼ਾਕਰ ਨਹੀਂ ਰਹਿੰਦਾ। ਇਸ ਵਿਧ ਨਿਜ ਭਗਤੀ ਉੱਤੇ ਨਿਰਭਰ ਰਹਿਣਾ ਸੂਖਸ਼ਮ ਅਹੰਤਾ ਉਤਪਤੀ ਦਾ ਕਾਰਨ ਹੋ ਜਾਂਦਾ ਹੈ। ਉਸ ਦੀ ਸੂਖਮ ਹਉਮੈ ਦੀ ਕਾਈ ਨਹੀਂ ਜਾਂਦੀ। ਸਤਿਗੁਰੂ ਦੀਆਂ ਭਗਤੀ ਦਾਤੇ ਸਤਿਗੁਰੂ ਦੀਆਂ ਨਦਰਾਂ ਮਿਹਰਾਂ ਤੇ ਸ਼ਾਕਰ ਰਹਿੰਦਿਆਂ ਹੀ ਵਾਹਿਗੁਰੂ ਦੇ ਮਹਿਲਾਂ ਵਿੱਚ ਥਾਂ ਮਿਲਦੀ ਹੈ। ਭਾਗਾਂ ਉੱਤੇ ਸ਼ਾਕਰ ਰਹਿਣਾ ਨਦਰੀ ਵਾਹਿਗੁਰੂ ਦੀ ਮਿਹਰਬਾਨ ਸਤਿਗੁਰੂ ਦੀ ਨਦਰਾਂ ਮਿਹਰਾਂ ਦਾ ਪਾਤਰ ਬਣਨਾ ਹੈ। ਕਿਉਂਕਿ ਜਦੋਂ ਜਗਿਆਸੂ ਦੇ ਅੰਦਰ ਇਹ ਸੰਸਕਾਰ ਸਫੂਰਨ ਹੋ ਜਾਂਦਾ ਹੈ ਕਿ ਮੈਂ ਆਪਣੀ ਨਿਜ ਭਗਤ ਕਮਾਈ ਕਰਕੇ ਹੀ ਇਸ ਪਦ ਨੂੰ ਪ੍ਰਾਪਤ ਹੋਇਆ ਹਾਂ ਅਤੇ ਸਤਿਗੁਰੂ ਵਾਹਿਗੁਰੂ ਦੇ ਮਹਿਲਾਂ ਦਾ ਵਾਸਲ ਹੋਇਆ ਹਾਂ, ਤਦੋਂ ਵਾਸਤਵ ਵਿੱਚ ਉਸਨੂੰ ਤਤ ਪਦ ਦੀ ਪ੍ਰਾਪਤੀ ਨਹੀਂ ਹੋਈ ਹੁੰਦੀ। ਨਾ ਹੀ ਮਹਿਲੀ ਵਾਹਿਗੁਰੂ ਦੇ ਦਰ ਘਰ ਮਹਿਲਾਂ ਦਾ ਵਾਸਾ ਪ੍ਰਾਪਤ ਹੋਇਆ ਹੁੰਦਾ ਹੈ, ਸਗੋਂ ਉਹ ਉਸ ਪਦੋਂ ਉਰੇਡੇ ਹੀ ਰਹਿ ਖੜੂੰਦਾ ਹੈ। ਇਸ ਸੂਖਮ ਅਹੰਕਾਰ 'ਤੇ ਹੀ ਇਹ ਅਸਥੂਲ ਅਹੰਕਾਰ ਉਪਜ ਖੜੂੰਦਾ ਹੈ ਕਿ ਅੱਜ ਮੇਰੇ ਸਾਰਖਾ ਕੋਈ ਨਹੀਂ, ਮੈਥੋਂ ਛੋਟੇ ਇਹ ਪਦ ਕਿਸੇ ਹੋਰ ਨੂੰ ਪ੍ਰਾਪਤ ਨਹੀਂ ਹੋਇਆ। ਇਹ ਇੱਕ ਪ੍ਰਕਾਰ ਦੀ ਦੂਜੇ ਪੁੱਗ ਖਲੋਏ ਗੁਰਮੁਖਾਂ ਦੀ ਅਚੇਤ ਨਿੰਦਾ ਹੋ ਜਾਂਦੀ ਹੈ ਅਤੇ ਆਪਣਾ ਹੰਕਾਰ ਵੱਧ ਜਾਂਦਾ ਹੈ। ਜਿਨ੍ਹਾਂ ਨੂੰ ਸੱਚੀ ਗੁਰਮਤਿ ਭਗਤੀ ਦੀ ਜਾਗ ਲੱਗੀ ਹੈ, ਜੋ ਜਨ ਸੱਚੀ ਪਰਮਾਰਥਕ ਜਾਗ ਵਾਲੀ ਭਗਤੀ ਕਰ ਜਾਗ ਸੁਭਾਗੇ ਹੋਏ ਹਨ, ਤਿਨਾਂ ਨੂੰ ਇਸ ਪ੍ਰਕਾਰ ਦੀ ਅਚੇਤ ਨਿੰਦਾਮਈ ਨਿਜ ਭਗਤ ਹੰਕਾਰ ਸੰਸਕਾਰ ਹੀ ਨਹੀਂ ਕੁਫੁਰਨ ਹੁੰਦੇ। ਉਹ ਤਾਂ ਇਸ ਪ੍ਰਕਾਰੀ ਨਿੰਦਾਰੀ ਸੰਸਕਾਰਾਂ ਦਾ ਪਰਹਰਾਈ ਤਿਆਗ ਕਰਕੇ ਕੇਵਲ ਤਤ ਭਗਤੀ ਭਾਵ ਵਿੱਚ ਹੀ ਸੁਜਾਗ ਅਤੇ ਸਾਵਧਾਨ ਰਹਿੰਦੇ ਹਨ। ਇਹ ਸਾਵਧਾਨਤਾ ਸੰਯੁਕਤ ਨਹੀਂ, ਤੋੜ ਨਿਭਣੀ ਸੁਹਾਵੀ ਭਗਤੀ ਕੇਵਲ ਉਗਰ ਕਰਮ ਭਾਗਾਂ ਦਾ ਹੀ ਅੰਕੁਰ ਹੈ। ਯਥਾ ਗੁਰਵਾਕ ਗੁਰ ਤੁਠਾ ਬਖਸ਼ੇ ਭਗਤ ਪਾਓ, ਗੁਰ ਤੁਠੈ ਪਾਈਐ ਹਰ ਮਹਿਲ ਠਾਓ। ਪਰ ਹਰ ਨਿੰਦਾ ਹਰ ਭਗਤ ਜਾਗ, ਹਰ ਭਗਤ ਸੁਹਾਵੀ ਕਰਮ ਭਾਗ। ਇਹ ਸ਼ੁਭ ਲੱਛਣੀ ਭਾਗ ਵੀ ਪੂਰਬਲੇ ਸ਼ੁਭ ਕਰਮਾਂ ਦਾ ਹੀ ਅੰਕੁਰ ਹੁੰਦਾ ਹੈ। ਤਾਂ ਤੇ ਭਾਗਾਂ ਅੰਦਰ ਲਿਖਿਆ ਭੁਗਤਣਾ ਹੀ ਪੈਂਦਾ ਹੈ। ਸ਼ੁਭ ਭਾਗਾਂ ਦੀ ਸ਼ੁਭ ਲਿਖਤਣੀ ਸ਼ੁਭ ਭੁਗਤਣੀ ਕਰਾਉਂਦੀ ਹੈ। ਇਹ ਸ਼ੁਭ ਭੁਗਤਣੀ ਸ਼ੁਭ ਲੀਨਤਾ ਕਰਾਉਂਦੀ ਹੈ। ਭੁਗਤ ਮੁਕਤ ਦੇ ਦਾਤੇ ਓਤ ਪੋਤ ਅਭੇਦੀ ਗੁਰੂ ਕਰਤਾਰ ਦੇ ਸਰੂਪ ਵਿੱਚ ਜਿਸ ਜਗਿਆਸੂ ਦਾ ਅਤ ਉੱਤਮ ਅਤੇ ਉਗਰ ਭਾਗ ਹੁੰਦਾ ਹੈ, ਸੋਈ ਗੁਰੂ ਦਾ ਸਿੱਖ ਸੇਵਕ ਸਿੰਘ ਬਣਦਾ ਹੈ ਅਤੇ ਗੁਰੂ ਸਿੱਖ ਸੇਵਕ ਬਣ ਕੇ ਅਤੁੱਟ ਨਾਮ ਅਭਿਆਸ ਕਮਾਈਆਂ ਰੂਪੀ ਸੱਚੀ ਸੇਵਾ ਵਿਖੇ ਤਤਪਰ ਹੋ ਕੇ ਜੁਟਦਾ ਹੈ ਅਤੇ ਸਤਿਗੁਰੂ ਦੇ ਪਰਮ ਪ੍ਰਸਾਦ ਕਰ ਨਿਸ਼ਕਾਮ ਅਤੇ ਨਿਰਮਾਣ ਗੁਰ ਭਗਤ ਸੇਵਾ ਵਿੱਚ ਜੁਟ ਕੇ ਜੀਵਨ ਮੁਕਤ ਹੋ ਜਾਂਦਾ ਹੈ। ਇਹ ਜੀਵਨ ਮੁਕਤੀ ਦਾ ਪਰਮ ਪਦ ਗੁਰ ਪ੍ਰਸਾਦੀ ਹੀ ਪ੍ਰਾਪਤ ਹੁੰਦਾ ਹੈ। ਇਹ ਗੁਰੂ ਦਾ ਪ੍ਰਸਾਦ ਅਤ ਉਜਲਾ ਅਤੇ ਉੱਚਾ ਜਗਿਆਸੂ ਜਨ ਦਾ ਕਰਮ ਭਾਗ ਹੈ। ਯਥਾ ਗੁਰਵਾਕ ਕਰਮ ਹੋਵੈ ਤਾਂ ਸੇਵਾ ਕਰੈ, ਗੁਰ ਪ੍ਰਸਾਦੀ ਜੀਵਤ ਮਰੈ। ਅਜਿਹੇ ਉਗਰ ਭਾਗ ਉਹਦੇ ਹੋਣ ਤੋਂ ਬਿਨਾਂ ਸਾਰੀ ਲੁਕਾਈ ਭਰਮ ਭੁਲਾਈ ਹੀ ਫਿਰਦੀ ਹੈ। ਇਸ ਵਿੱਚ ਰੰਚਕ ਸੰਦੇਹ ਨਹੀਂ ਕਿ ਸ਼ੁਭ ਕਰਮ ਹੀ ਸ਼ੁਭ ਭਾਗ ਦੇ ਲਿਖਾਇਕ ਅਤੇ ਸੂਚਕ ਹਨ।
ਸ਼ੁਭ ਕਰਮਾਂ ਦੇ ਲੇਖ ਕਰਮ ਵਿਧਾਤੇ ਅਤੇ ਕਰਮ ਫਲ ਪ੍ਰਦਾਤੇ ਸ੍ਰੀ ਅਕਾਲ ਪੁਰਖ ਦੇ ਅਟਲ ਹੁਕਮ ਅਨੁਸਾਰ ਪਿਛਲੇ ਜਨਮਾਂ ਦੇ ਅੰਕੁਰਕ ਹੋਣ ਕਰ ਨਵੀਨ ਜਨਮ ਮਿਲਣ ਪਰ ਜਗਿਆਸੂ ਜਨ ਦੇ ਮਸਤਕ 'ਤੇ ਲਿਖੇ ਜਾਂਦੇ ਹਨ, ਜਿਨ੍ਹਾਂ ਦਾ ਸੰਕੇਤਕ ਨਾਮ ਭਾਗ ਹੋ ਜਾਂਦਾ ਹੈ। ਸੋ ਭਾਗ ਸੁਲੱਖਣੇ ਕਰਮਾਂ ਦਾ ਭੁਗਤਾ ਹਰ ਇੱਕ ਜਗਿਆਸੂ ਜਨ ਜਨਮ ਤੋਂ ਹੀ ਹੋ ਜਾਂਦਾ ਹੈ। ਜਿਨ੍ਹਾਂ ਦੇ ਜਨਮ ਤੋਂ ਕੁਦਰਤੀ ਮਨ ਰੁਚੀ ਭਗਤੀ ਭਾਵ ਵੱਲ ਹੁੰਦੀ ਹੈ, ਉਹਨਾਂ ਦੇ ਸ਼ੁਭ ਮਸਤਕੀ ਭਾਗ ਹੀ ਮੁੱਢ ਤੋਂ ਸ਼ੁਭ ਸੁਰਤੀ ਗਤੇ ਹੁੰਦੇ ਹਨ। ਇਹ ਭਗਤੀ ਮਾਰਗ ਵਾਲਾ ਜਨਮ ਬਤੀਤਨੋਂ ਰਹਿ ਨਹੀਂ ਸਕਦੇ। ਉਹਨਾਂ ਦੇ ਇਸ ਜਨਮ ਅੰਦਰ ਨਦਰ ਕਰਮੀ ਇੱਕ ਸ਼ਵਾ ਮਾਤਰ ਹੀ ਮੁਕਤਗਤ ਉੱਚ ਕਲਿਆਣਕਾਰੀ ਤੱਤ ਭਗਤੀ ਦਾ ਤੱਤ ਫਲ ਅਰਪਾਉਣ ਨੂੰ ਸਮਰੱਥ ਹੋਏ ਅਵੰਦੀ ਹੈ। ਉਹ ਗੁਰੂ ਘਰ ਵਿਖੇ ਆ ਕੇ ਅੰਮ੍ਰਿਤ ਛਕਣ ਸਮੇਂ ਪਹਿਲੀ ਪਾਣ ਗੁੜਤੀ ਦੇ ਅੰਮ੍ਰਿਤ ਛੰਦ ਦੇ ਨਾਲ ਤ੍ਰਿਪਤ ਹੋ ਕੇ ਰਸ ਜੋਤ ਪ੍ਰਗਾਸੀ ਆਨੰਦ ਮਾਣਨ ਵਾਲੇ ਹੋ ਜਾਂਦੇ ਹਨ। ਇਹ ਤੱਤ ਫਰਤੀ ਆਤਮ ਵਿਵਸਥਾ ਦਾ ਬਿਜਲੰਕਾਰੀ ਉਮਗਾਓ ਉਹਨਾਂ ਦੇ ਭਾਗਾਂ ਦਾ ਪਸਰਾਓ ਹੀ ਹੁੰਦਾ ਹੈ। ਇਹਨਾਂ ਭਾਗਾਂ ਵਿਹੂਣੋਂ ਆਮ ਦੁਨੀਆ ਭਰਮ ਭੁਲਾਈ ਹੀ ਫਿਰਦੀ ਰਹਿੰਦੀ ਹੈ ਅਤੇ ਮੋਹ ਮਮਤਾ ਦੇ ਮਾਇਆਵੀ ਗੇੜ ਵਿੱਚ ਪੈ ਕੇ ਬਹੁਤ ਹੀ ਦੁੱਖਾਮਈ ਜਨਮ ਜਨਮਾਂਤਰੀ ਧੱਕੇ ਖਾਂਦੀ ਹੈ।